ਕਹਿੰਦੇ ਨੇ, ਕਹੀ ਜਾਓ ਕਹਿੰਦੇ ਹੋ, ਕੋਈ ਫਰਕ ਨਹੀਂ ਪੈਂਦਾ। ਕਿਉਂ? ਉਹਦਾ ਕਾਰਨ ਇੱਕੋ ਹੀ ਸਿਰਫ ਕਿ ਉਹਦਾ ਸਰੀਰ ਤੋਂ ਵਾਪਸੀ ਜਿਹੜਾ ਨਾ ਸੁਰਤੀ ਦਾ ਧਿਆਨ ਜਿਹੜਾ ਵਾਪਸ ਮੁੜ ਗਿਆ ਅੰਦਰਲੇ ਪਾਸੇ, ਅੰਤਰਮੁਖ ਹੋ ਗਿਆ। ਅੰਤਰਗਤ ਤੀਰਥ ਮਲ ਨਾਓ। ਤਾਂ ਉਹ ਸਾਧ ਸੰਗਤ ਜੀ ਇਸ ਤਰ੍ਹਾਂ ਇਸ ਪੰਕਤੀ ਜਿਹੜੀ ਹੈ ਇਹਦੇ ਬੜੇ ਹੋਰ ਵੀ ਡੂੰਘੇ ਅਰਥ ਹੋ ਸਕਦੇ। ਗੁਰੂ ਸਾਹਿਬ ਜਾਣਦੇ, ਅਗਾਧ ਬੁੱਧ ਬਾਣੀ ਹੈ। ਪਰ ਮਹਾਰਾਜ ਇੱਥੇ ਕਿਸੇ ਬੰਦੇ ਨੇ, ਪੰਡਿਤ ਨੇ ਸਵਾਲ ਕੀਤਾ ਸੀ ਅਤੇ ਉਹਨੂੰ ਪਹਿਲਾਂ ਉਹਨਾਂ ਨੇ ਇਹ ਦੱਸਿਆ ਕਿ ਮਨ ਦਾ ਜਿਹੜਾ ਰੌਲਾ ਹੈ ਉਹ ਕਿਵੇਂ ਸਮਾਪਤ ਹੁੰਦਾ ਸਿਮਰਨ ਕਰਕੇ। ਉਹਦੇ ਤੋਂ ਅੱਗੇ ਫਿਰ ਕਿਵੇਂ ਸੁਰਤੀ ਜਿਹੜੀ ਹੈ ਅੰਤਰਮੁਖੀ ਹੁੰਦੀ ਹੈ ਅਤੇ ਜਨਮ ਮਰਨ ਤੋਂ ਬੰਦਾ ਪਾਰ ਹੋ ਜਾਂਦਾ ਹੈ। ਉਹ ਸ਼ੁਰੂ ਤੋਂ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਹੈ, ਫਿਰ ਅਗਲੀਆਂ ਅਵਸਥਾਵਾਂ ਨੇ, ਜਿਵੇਂ ਸੁੰਨ ਵਿੱਚ ਚਲਾ ਗਿਆ, ਜਿੱਥੇ ਕੋਈ ਵਿਚਾਰ ਨਹੀਂ ਆਉਂਦੀ, ਕੋਈ ਖਿਆਲ ਨਹੀਂ ਆਉਂਦਾ, ਚੁੱਪ-ਚਾਪ ਆਨੰਦ ਬਣਿਆ ਹੋਇਆ ਹੈ। ਔਰ ਗੁਰਸਾਖੀ ਉੱਥੇ ਜਾਗੀ ਹੋਈ, ਗੁਰਸਾਖੀ ਦਾ ਦੀਵਾ ਜਗ ਪਿਆ। ਐਸੀ ਜਿਹੜੀ ਤ੍ਰੇਕੁਟੀ ਸੀ ਰਜੋ ਤਮੋ ਸਤੋ ਗੁਣ ਦੀ, ਇਹਨੂੰ ਭੰਨ ਦਿੱਤਾ। ਕਹਿੰਦੇ ਕਬੀਰ ਸਾਹਿਬ ਕਹਿੰਦੇ ਮੈਂ ਲੰਘ ਕੇ ਅਤੇ ਫਿਰ ਮੇਰੇ ਘਟ ਦੇ ਵਿੱਚ, ਹਿਰਦੇ ਵਿੱਚ ਜਿਹੜੀ ਅਸਲੀ ਧੁਨ ਸੀ ਜਿਹੜੀ ਪਰਮਾਤਮਾ ਦੀ, ਹੁਣ ਉਹ ਜਾਗੀ ਹੈ, ਪੈਦਾ ਹੋ ਗਈ ਹੈ। ਔਰ ਜਿਹੜੀ ਬੁੱਧ ਸੀ ਸਮਾ ਗਈ ਪੁਰਾਣੀ, ਅਤੇ ਨਵੀਂ ਉਚਾਰਨ ਹੋਈ ਹੈ ਅੰਦਰੋਂ ਸਮਾਚਰੀ ਜਿਹੜੀ ਪੈਦਾ ਹੋਈ ਹੈ ਵਿਵੇਕ ਬੁੱਧ। ਦੇ ਸਾਰੇ ਸ਼ਬਦ ਦੇ ਥੋੜ੍ਹੇ ਜਿਹਾ ਤਾਂ ਟਾਈਮ ਲਾ ਕੇ ਮੈਂ ਅਰਥ ਕਰ ਰਿਹਾ, ਕਿਉਂਕਿ ਕੁਝ ਸ਼ਬਦ ਕਬੀਰ ਸਾਹਿਬ ਦੇ ਬਹੁਤ ਹੀ ਜ਼ਿਆਦਾ ਇੰਨੀ ਡੂੰਘਾਈ ਵਿੱਚ ਨੇ ਕਿ ਉਹਨਾਂ 'ਤੇ ਆਪਾਂ ਨੂੰ ਥੋੜ੍ਹਾ ਜਿਹਾ ਰੁਕਣਾ ਪੈ ਸਕਦਾ ਹੈ। ਸੋ ਕਬੀਰ ਸਾਹਿਬ ਸ਼ੁਰੂ ਤੋਂ ਫਰਮਾਨ ਕਰਦੇ ਹਨ, ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ, ਗੋਬਿੰਦ ਲਿਵ ਲਾਗੇ। ਇਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਵੀ ਹੁਣ ਆਵਾਜ਼ਾਂ ਮਨ ਦੀਆਂ ਖਤਮ ਹੋ ਗਈਆਂ ਸਾਰੀਆਂ। ਉਹ ਸਰੀਰ ਦਾ ਮੋਹ ਖਤਮ ਹੋ ਗਿਆ, ਕਾਂਸੀ ਦੇ ਭਾਂਡੇ ਨਾਲ ਮੋਹ ਟੁੱਟ ਗਿਆ, ਉਹਦੀਆਂ ਆਵਾਜ਼ਾਂ ਖਤਮ ਹੋ ਗਈਆਂ। ਹੁਣ ਜਨਮ ਮਰਨ ਕਾ ਭਰਮ ਗਿਆ, ਜਿਹੜਾ ਜਨਮ ਤੇ ਮਰਨ ਦਾ ਭਰਮ ਸੀ ਉਹ ਵੀ ਖਤਮ ਹੋ ਗਿਆ। ਹੁਣ ਪਤਾ ਲੱਗਣ ਲੱਗ ਪਿਆ ਅੰਦਰੋਂ ਪਹਿਲੀ ਗੱਲ ਕਿ ਮੌਤ ਹੈ ਹੀ ਨਹੀਂ, ਅਤੇ ਜਦੋਂ ਇੱਕ ਚੀਜ਼ ਨਹੀਂ ਅਤੇ ਦੂਸਰੀ ਵੀ ਕੋਈ ਨਹੀਂ, ਫਿਰ ਜਨਮ ਵੀ ਕੋਈ ਨਹੀਂ ਹੁੰਦਾ। ਉਸ ਅਵਸਥਾ 'ਤੇ ਆਤਮ ਤਲ 'ਤੇ ਜਾ ਕੇ ਨਾ ਜਨਮ ਹੈ ਨਾ ਮਰਨ ਹੈ। ਇਹ ਧਰਮ ਜਿਹੜਾ ਹੈ ਅਤੇ ਸਰੀਰ ਦਾ ਹੈ, ਇਕੱਲਾ ਜੰਮਣਾ ਅਤੇ ਮਰਨਾ, ਇਹ ਇੱਥੋਂ ਤੱਕ ਸੀਮਤ ਰਹਿੰਦਾ ਹੈ। ਔਰ ਗੋਬਿੰਦ ਦੇ ਚਰਨਾਂ ਦੇ ਵਿੱਚ ਉੱਥੇ ਜਾ ਕੇ ਕਬੀਰ ਸਾਹਿਬ ਕਹਿੰਦੇ, ਇਹ ਪੰਡਤ ਜੀ ਉੱਥੇ ਲਿਵ ਲੱਗੀ ਹੋਈ ਹੈ ਸਾਡੀ। ਜੀਵਤ ਸੁਨ ਸਮਾਨਿਆ, ਗੁਰ ਸਾਖੀ ਜਾਗੇ ਰਹਾਉ। ਐਸੇ ਜੀਵਨ ਦੇ ਵਿੱਚ ਜੀਵਤ ਸੁਨ ਸਮਾਨਿਆ, ਇੱਕ ਤਾਂ ਸੁਨ ਹੁੰਦਾ ਹੈ ਕਿ ਬੰਦੇ ਦਾ ਸਰੀਰ ਹੀ ਕੰਮ ਕਰਨਾ ਬੰਦ ਕਰ ਜਾਂਦਾ ਹੈ। ਇੱਥੇ ਜੀਵਤ ਸ਼ਬਦ ਵਰਤਿਆ ਕਿ ਸਰੀਰ ਜਿਉਂਦਾ ਹੈ, ਕੰਮ ਕਰਦਾ ਹੈ, ਵੇਖਦਾ ਵੀ, ਸੁਣਦਾ ਵੀ, ਗੱਲਬਾਤ ਵੀ ਕਰਦਾ, ਪਰ ਅੰਦਰ ਇੱਕ ਸੁੰਨ ਬਣੀ ਹੋਈ ਗਹਿਰੀ। ਅੰਦਰ ਵੱਖਰਾ ਹੋ ਗਿਆ, ਕਿਉਂਕਿ ਪਿੱਛੇ ਆਪਾਂ ਵਿਚਾਰ ਰਹੇ ਹਾਂ ਵੀ ਸਰੀਰ ਜਿਹੜਾ ਹੈ ਉਹ ਵੱਖਰਾ ਹੋ ਗਿਆ ਅਤੇ ਅੰਦਰਲਾ ਜੀਵਨ ਅਲੱਗ ਹੋ ਗਿਆ। ਜਿਹੜੀ ਅਮਰ ਦੇਹ ਹੈ ਉਹ ਵੱਖਰੀ ਹੋ ਗਈ ਹੈ। ਇਸ ਕਰਕੇ ਕਹਿੰਦੇ ਨੇ ਜੀਵਤ ਸੁੰਨ ਸਮਾਨਿਆ। ਸੁੰਨ ਮੈਨੇ ਜ਼ੀਰੋ, ਸ਼ੂਨਿਆ, ਯਾਨੀ ਕਿ ਕੋਈ ਖਿਆਲ ਨਹੀਂ, ਕੋਈ ਇੱਛਾ ਨਹੀਂ, ਕੋਈ ਵਾਸ਼ਨਾ ਨਹੀਂ, ਬਿਲਕੁਲ ਫਰੈਸ਼ ਹੈ ਜੀਵਨ, ਬਿਲਕੁਲ ਤਾਜ਼ਾ ਹੈ, ਜਿਵੇਂ ਹੁਣੇ ਹੁਣੇ ਪਰਮਾਤਮਾ ਵਿੱਚੋਂ ਆਇਆ ਹੈ। ਇਸ ਤਰ੍ਹਾਂ ਗੁਰੂ ਕੀ ਸਿੱਖਿਆ ਜਾਗੀ ਹੈ ਔਰ ਗੁਰੂ ਕੀ ਸਾਖੀ ਹੋ ਕੇ ਗੁਰੂ ਸਾਹਿਬ ਗਵਾਹੀ ਦਿੰਦੇ ਨੇ ਵੀ ਇਹ ਸਿੱਖ ਹੁਣ ਸੰਪੂਰਨ ਹੋ ਗਿਆ ਹੈ। ਕਾਸੀ ਤੇ ਤੁਨ ਉਪਜੈ, ਤੁਨ ਕਾਸੀ ਜਾਏ। ਇਸ ਤਰ੍ਹਾਂ ਕਾਸ਼ੀ ਦੇ ਸਰੀਰ ਦੇ ਜਨਮ ਲੈਣ ਦੇ ਨਾਲ ਹੀ ਮਨ ਦੀਆਂ ਆਵਾਜ਼ਾਂ ਸ਼ੁਰੂ ਹੁੰਦੀਆਂ ਨੇ ਸਾਰੀਆਂ, ਔਰ ਉਹਦੇ ਵਿੱਚ ਹੀ ਸਮਾ ਜਾਂਦੀਆਂ ਸਰੀਰ ਦੇ ਅੰਦਰੇ ਹੀ। ਕਾਸੀ ਫੂਟੀ ਪੰਡਿਤਾ, ਤੁਨ ਕਹਾਂ ਸਮਾਏ। ਕਹਿੰਦੇ ਨੇ ਫਿਰ ਕਾਸ਼ੀ ਫੂਟੀ, ਇਹ ਜਦੋਂ ਸਰੀਰ ਦੀ ਜਿਹੜੀ ਅਟੈਚਮੈਂਟ ਸੀ, ਸਰੀਰ ਦੇ ਨਾਲ ਬਿਰਤੀ ਜੁੜੀ ਹੋਈ ਸੀ, ਉਹ ਹੀ ਟੁੱਟ ਗਈ। ਕਾਸ਼ੀ ਅਜੇ ਸਰੀਰ ਨਹੀਂ ਟੁੱਟਾ, ਸਰੀਰ ਤਾਂ ਹੈ ਅਜੇ ਜੀਵਤ ਕਹਿੰਦੇ ਨੇ ਇਹ ਸਾਰਾ ਕੁਝ ਹੋ ਰਿਹਾ। ਪਿੱਛੇ ਆਪਾਂ ਹੁਣੇ ਅਰਥ ਕਰਕੇ ਆਏ ਹਾਂ, ਜੀਵਤ ਸੁਨ ਸਮਾਨਿਆ, ਸਰੀਰ ਨਹੀਂ ਟੁੱਟਾ, ਸਰੀਰ ਦਾ ਮੋਹ ਟੁੱਟ ਗਿਆ ਹੈ। ਤਾਂ ਇਸ ਤਰ੍ਹਾਂ ਕਾਸ਼ੀ ਫੂਟੀ ਪੰਡਤਾ, ਧੁਨ ਕਹਾਂ ਸਮਾਈ। ਕਹਿਣ ਲੱਗੇ ਤੂੰ ਹੁਣ ਆਪ ਹੀ ਸੋਚ ਲੈ ਵੀ ਉਹ ਕਿੱਥੇ ਚਲੀ ਗਈ ਜਿਹੜੀ ਮਨ ਦੀ ਆਵਾਜ਼ ਸੀ। ਮਨ ਦੀ ਆਵਾਜ਼ ਜਿੱਥੋਂ ਪੈਦਾ ਹੋਈ ਸੀ, ਉਹਦਾ ਜਿਹੜਾ ਸੈਂਟਰ ਸੀ, ਮਨ ਦਾ ਮੂਲ ਆਤਮਾ ਹੀ ਸੀ। ਉਹਦੇ ਵਿੱਚ ਹੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹਦੇ ਵਿੱਚ ਹੀ ਵਾਪਸ ਚਲੀ ਗਈ ਹੈ। ਤ੍ਰਿਕੁਟੀ ਸੰਧ ਮੈਂ ਪੇਖਿਆ, ਘਟ ਹੂੰ ਘਟ ਜਾਗੇ। ਹੁਣ ਇਹ ਤ੍ਰਿਕੁਟੀ ਹੈ, ਯਾਨੀ ਕਿ ਤ੍ਰਿਕੁਟੀ 3 ਗੁਣ ਨੇ। ਇਹਨਾਂ ਨੂੰ ਸੰਧ ਲੰਘ ਕੇ, ਇਹਨਾਂ ਨੂੰ ਤੋੜ ਕੇ, ਜਿਹੜੇ ਰਜੋ ਗੁਣ, ਦੂਜੇ ਨੂੰ ਬੰਧਨ ਦੀ ਬਿਰਤੀ ਤਮੋ ਗੁਣ, ਵਾਸ਼ਨਾ ਦੀ ਖਾਣ ਪੀਣ ਦੀ ਬਿਰਤੀ, ਅਤੇ ਸਤੋ ਗੁਣ ਹੰਕਾਰ ਜਿਹੜਾ ਹੈ ਧਾਰਮਿਕ ਗੁਣਾਂ ਦਾ, ਜਿਹੜੇ ਇਹਨੂੰ ਲੰਘ ਕੇ ਇਹਦੇ ਨਾਲ ਹੀ ਅੱਗੋਂ ਫਿਰ 3 ਇੜਾ ਪਿੰਗਲਾ ਅਤੇ ਸੁਖਮਣਾ ਜੁੜ ਜਾਂਦੀਆਂ। ਇੱਥੇ ਇਹ ਮੱਥੇ ਵਿੱਚ ਜਿੰਨਾ ਸੈਂਟਰ ਹੁੰਦਾ ਹੈ,
ਤਾਂ ਇਹ ਉਹਦੇ ਨਾਲ ਜੁੜੀਆਂ ਹੋਈਆਂ, ਤਿੰਨਾਂ ਗੁਣਾਂ ਦੇ ਨਾਲ। ਇਹਨਾਂ ਤਿੰਨਾਂ ਨਾੜੀਆਂ ਦੇ ਨਾਲ ਹੀ ਅੱਗੋਂ ਵੱਤ, ਪਿੱਤ ਤੇ ਕਫ ਇਹ ਜੁੜੇ ਹੋਏ ਨੇ। ਇਹਦੇ ਨਾਲ ਹੀ ਸਾਰੇ ਸਰੀਰ ਦੇ ਰੋਗ ਜੁੜੇ ਹੋਏ ਨੇ। ਤੇ ਉਧਰੋਂ ਉਹਨਾਂ ਤਿੰਨਾਂ ਦੇ ਨਾਲ ਜਿਹੜੇ ਰਜੋ ਤਮੋ ਸਤੋ ਨੇ, ਉਹਨਾਂ ਦੇ ਨਾਲ ਮਨ ਦੇ ਰੋਗ ਜੁੜੇ ਹੋਏ ਨੇ। ਜਦੋਂ ਇਹ ਚੀਜ਼ਾਂ ਠੀਕ ਹੋ ਜਾਂਦੀਆਂ, ਸਾਰਾ ਸਰੀਰ ਵੀ ਠੀਕ ਹੋ ਜਾਂਦਾ ਔਰ ਮਨ ਵੀ ਠੀਕ ਹੋ ਜਾਂਦਾ ਹੈ। ਬਾਣੀ ਇਸ ਤਰ੍ਹਾਂ ਬੰਦੇ ਸਰੀਰ ਦਾ ਜਿਹੜਾ ਇਲਾਜ ਕਰਦੀ ਹੈ। ਮਹਾਰਾਜ ਕਹਿੰਦੇ ਤ੍ਰਿਕੁਟੀ ਸੰਧ ਮੈਂ ਵੇਖਿਆ, ਜਦੋਂ ਇਹਨਾਂ ਤਿੰਨਾਂ ਮਾਇਆ ਦੇ ਗੁਣਾਂ ਨੂੰ ਮੈਂ ਲੰਘ ਕੇ ਵੇਖਿਆ, ਦਰਸ਼ਨ ਕੀਤੇ। ਕਿੱਥੇ ਗਏ ਫਿਰ ਤੁਸੀਂ? ਕਹਿੰਦੇ ਘਟ ਤੱਕ ਪਹੁੰਚ ਗਏ, ਹਿਰਦੇ ਤੱਕ ਪਹੁੰਚ ਗਏ। ਹਿਰਦੇ ਤਲ ਦੇ ਵਿੱਚ ਸੈਂਟਰ ਵਿੱਚ ਚਲੇ ਗਏ। ਘਟ ਮੈਨੇ ਹਿਰਦਾ ਘਟ ਹੂੰ ਘਟ ਜਾਗੀ। ਉਸ ਘਟ ਦੇ ਵਿੱਚ ਹਿਰਦੇ ਦੇ ਅੰਦਰ ਆਤਮ ਤਲ ਤੇ ਜਾ ਕੇ ਇੱਕ ਨਵੀਂ ਧੁਨੀ ਜਾਗੀ ਹੈ। ਇਹ ਤਾਂ ਜਿਹੜੀ ਬਾਹਰ ਧੁਨ ਸੀ ਨਾ, ਮਨ ਦੀ ਆਵਾਜ਼ ਸੀ। ਹੁਣ ਮਨ ਦੀ ਆਵਾਜ਼ ਨਹੀਂ, ਹੁਣ ਆਤਮਾ ਦੀ ਆਵਾਜ਼ ਹੈ। ਤੇ ਆਤਮਾ ਦੀ ਆਵਾਜ਼ ਨੂੰ ਆਤਮਾ ਨਾਲ ਹੀ ਸੁਣਿਆ ਜਾ ਸਕਦਾ ਹੈ। ਆਤਮਾ ਦੀ ਆਵਾਜ਼ ਨੂੰ ਸਰੀਰ ਦੇ ਕੰਨ ਨਹੀਂ ਸਰਵਣ ਕਰ ਸਕਦੇ। ਇਸ ਕਰਕੇ ਅਸਲੀ ਅਨਹਦ ਨਾਦ ਉਹ ਹੈ ਜੋ ਸਰੀਰ ਤੋਂ ਬਿਨਾਂ ਸੁਣਿਆ ਜਾਏ, ਜੋ ਬੁੱਧੀ ਤੋਂ ਬਿਨਾਂ ਸੁਣਿਆ ਜਾਏ, ਔਰ ਜੋ ਮਨ ਤੋਂ ਬਿਨਾਂ ਵੀ ਸੁਣਿਆ ਜਾਏ, ਜੋ ਹਿਰਦੇ ਤੋਂ ਬਿਨਾਂ ਵੀ ਸੁਣਿਆ ਜਾਏ। ਸਿਰਫ ਆਤਮਾ ਹੀ ਉਹਨੂੰ ਸੁਣ ਸਕਦੀ ਹੈ ਤੇ ਜਾਣ ਸਕਦੀ ਕਿ ਕਿਵੇਂ ਦਾ ਹੈ। ਉਹਨੂੰ ਮਹਾਰਾਜ ਕਹਿੰਦੇ ਅਨਹਦ ਵਾਜੇ ਅਨਹਦ ਤੂਰੇ। ਇਹ ਤਾਂ ਹੁਣ ਸੌਖਾ ਹੀ ਥੋੜ੍ਹਾ ਜਿਹਾ ਚੱਲ ਪਿਆ ਕੰਮ। ਕਹਿੰਦੇ ਨੇ ਇਹ ਬੜੇ ਖੁੱਲ੍ਹੇ ਨੇ, ਛੋਟੇ ਛੋਟੇ ਜਿਹੇ ਸੈਂਟਰ ਜਿਹਾ ਬਣਾ ਕੇ ਲੋਕ ਬਹਿ ਗਏ। ਕਿਉਂਕਿ ਅੱਜ ਕੱਲ੍ਹ ਬਿਜ਼ਨਸ ਦਾ ਟਾਈਮ ਹੈ, ਪੈਸਾ ਕਮਾਉਣ ਦਾ ਟਾਈਮ ਚੱਲਦਾ ਪਿਆ। ਤੇ ਉਹਦੇ ਵਿੱਚ ਬੰਦਾ ਹਰ ਇੱਕ ਚੀਜ਼ ਨੂੰ ਖੋਲ ਕੇ ਬਹਿ ਜਾਂਦਾ। ਉਹ ਖੋਲ ਕੇ ਬਹਿ ਗਏ ਨੇ ਵੀ ਆਓ ਅਨਹਦ ਨਾਦ ਤੁਹਾਡਾ ਖੋਲ ਦਿਆਂਗੇ, ਇੰਨਾ ਚਿਰ ਤੁਹਾਨੂੰ ਆਹ ਕਰਾਉਂਦੇ ਆ, ਉਹ ਕਰਾਉਂਦੇ ਆ। ਤੇ ਉਹ ਬੰਦਾ ਆਪਣੇ ਆਪ ਹੀ ਵਿਚਾਰਾ ਥੋੜ੍ਹਾ ਜਿਹਾ ਉਹ ਕੰਨਾਂ ਕੁੰਨਾਂ ਵਿੱਚੋਂ ਆਵਾਜ਼ਾਂ ਆਉਣ ਲੱਗ ਪੈਂਦੀਆਂ। ਵੈਸੇ ਹੀ ਇੱਕ ਤਾਂ ਅੱਜ ਕੱਲ੍ਹ ਦਵਾਈਆਂ ਬਹੁਤ ਖਾਂਦੇ ਸਾਰੇ ਆਪਾਂ, ਤੇ ਚਾਹ ਪਾਣੀ ਚੰਗਾ ਰੱਜ ਕੇ ਪੱਤੀ ਤੇਜ਼ ਪੀਂਦੇ ਆ, ਉਹਦੇ ਨਾਲ ਖੁਸ਼ਕੀ ਹੋ ਗਈ ਨਾੜੀਆਂ ਦੇ ਵਿੱਚ। ਉਹ ਅਨਹਦ ਨਾਦ ਤੇ ਪਹਿਲੇ ਵੱਜੀ ਜਾਂਦਾ ਹੈ ਤੇ ਉਹਨਾਂ ਦੀਆਂ ਦੁਕਾਨਾਂ ਚੱਲ ਜਾਂਦੀਆਂ ਨੇ। ਅਨਹਦ ਨਾਦ ਪੂਰਾ ਗੁਰੂ ਅੰਦਰ ਵਜਾ ਸਕਦਾ ਸਿੱਖ ਦੇ। ਐਵੇਂ ਕੋਈ ਖੇਡ ਨਹੀਂ ਜਿਵੇਂ ਇਹ ਪਖੰਡ ਚੱਲਦਾ ਪਿਆ ਸਾਰੀ ਦੁਨੀਆ ਦੇ ਵਿੱਚ। ਤਾਂ ਇੱਥੇ ਕਹਿੰਦੇ ਨੇ ਘਟ ਹੂੰ ਘਟ ਜਾਗੀ। ਉਸ ਥਾਂ ਤੇ ਆਤਮ ਤਲ ਤੇ ਜਾ ਕੇ ਇੱਕ ਐਸੀ ਧੁਨ ਜਾਗੀ ਹੈ ਜਿਹੜੀ ਪਰਮਾਤਮਾ ਦੀ ਹੀ ਆਵਾਜ਼ ਹੈ। ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ। ਕਹਿਣ ਲੱਗੇ ਫਿਰ ਬੁੱਧੀ ਅੰਦਰ ਇੱਕ ਇਸ ਤਰ੍ਹਾਂ ਦੀ ਪੈਦਾ ਹੋ ਗਈ, ਚਮਤਕਾਰ ਵਾਲੀ ਬੁੱਧੀ। ਸੰਸਾਰ ਵਾਲੀ ਬੁੱਧੀ ਨਹੀਂ ਰਹੀ, ਸਰੀਰ ਵਾਲੀ ਬੁੱਧੀ ਨਹੀਂ ਰਹੀ। ਪਹਿਲੀ ਤੇ ਸਮਾ ਗਈ, ਯਾਨੀ ਕਿ ਖਤਮ ਹੋ ਗਈ। ਤੇ ਸਮਾਚਰੀ ਨਵੀਂ ਪੈਦਾ ਹੋ ਗਈ, ਵਿਵੇਕ ਬੁੱਧ। ਘਟ ਮਾਹੇ ਤਿਆਗੀ। ਤੇ ਸਰੀਰ ਦੇ ਵਿੱਚ ਜਿਹੜੀ ਮੇਰ ਭਾਵ ਸੀ ਤੇ ਤ੍ਰਿਸ਼ਨਾ ਸੀ, ਉਹਨੂੰ ਤਿਆਗ ਦਿੱਤਾ ਹੈ। ਪੁਰਾਣਾ ਸਾਰਾ ਜੀਵਨ ਘਟ ਮਾਹੇ ਤਿਆਗੀ, ਸਾਰਾ ਛੱਡ ਦਿੱਤਾ ਗੁਰੂ ਕੇ ਸਿੱਖ ਨੇ। ਇੱਕ ਨਵੇਂ ਜਨਮ ਦਾ ਜੀਵਨ ਦਾ ਜਨਮ ਹੋਇਆ ਹੈ। ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ। ਆਪ ਆਪ ਤੇ ਜਾਣਿਆ। ਆਪ ਪਰਮਾਤਮਾ ਨੂੰ ਆਪਣੇ ਆਪ ਦੇ ਵਿੱਚੋਂ ਹੀ ਜਾਣ ਲਿਆ ਹੈ ਕਿ ਉਹ ਤੇ ਇੱਥੇ ਹੀ ਬੈਠਾ ਹੋਇਆ, ਅੰਦਰ ਹੀ ਮੇਰੇ ਘਰ ਬਣਾ ਕੇ। ਆਪ ਆਪ ਤੇ ਜਾਣਿਆ, ਉਹੀ ਬਾਹਰ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਾ ਭਗਵੰਤ। ਧਰਨ ਮਹਿ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬੰਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗ ਤੈਸਾ ਕਰਮ। ਉਵੇਂ ਦੇ ਕਰੀ ਜਾਂਦੇ ਸਾਰਾ। ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ। ਜਿਹੜਾ ਤੇਜ, ਜਿਹੜੀ ਸਾਡੀ ਆਤਮਾ ਸੀ, ਉਹ ਪਰਮ ਆਤਮਾ ਦੇ ਵਿੱਚ, ਪਰਮਾਤਮਾ ਵਿੱਚ ਇੱਕ ਜੋਤ ਹੋ ਗਈ ਹੈ। ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ। ਕਬੀਰ ਸਾਹਿਬ ਕਹਿੰਦੇ ਨੇ ਹੁਣ ਜਾਣਿਆ, ਚੰਗੀ ਤਰ੍ਹਾਂ ਵੇਖ ਲਿਆ ਵੀ ਪਰਮਾਤਮਾ ਕੀ ਹੈ, ਕਿਵੇਂ ਦਾ ਹੈ। ਕਹਿਣ ਲੱਗੇ ਗੋਬਿੰਦ ਦੇ ਚਰਨਾਂ ਦੇ ਨਾਲ ਮਨ ਮੰਨ ਗਿਆ, ਅੰਦਰ ਰੰਗ ਲੱਗ ਗਿਆ ਹੈ। ਬਿਲਾਵਲ ਚਰਨ ਕਮਲ ਜਾ ਕੇ ਹਿਰਦੈ ਬਸਹਿ, ਸੋ ਜਨ ਕਿਉ ਡੋਲੇ ਦੇਵ। ਜਿਹਦੇ ਹਿਰਦੇ ਵਿੱਚ ਅਗਲੇ ਸ਼ਬਦ ਦੇ ਵਿੱਚ ਕਿਰਪਾ ਕਰ ਰਹੇ ਨੇ ਕਬੀਰ ਸਾਹਿਬ। ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਚਰਨ ਕਮਲ ਵਾਹਿਗੁਰੂ ਦੇ ਨਿਵਾਸ ਕਰਦੇ ਨੇ, ਕਹਿਣ ਲੱਗੇ ਉਹ ਜਨ ਜਿਹੜਾ ਉਹ ਗੁਰਮੁਖ ਹੈ। ਕਿਉਂ ਡੋਲੇ ਦੇਵ। ਦੇਵ ਮੈਨੇ ਚਾਨਣ, ਹੈ ਪਰਮਾਤਮਾ ਜੀ, ਹੇ ਚਾਨਣ ਸਰੂਪ। ਮਨ ਸਭ ਸੁਖ ਨਾਉ ਨਿਜ ਤਾਕੈ, ਸਹਜ ਸਹਜ ਜਸ ਬੋਲੇ ਦੇਵ। ਇਹ ਸਮਝ ਲਓ ਕਿ ਉਹਦੇ ਅੰਦਰ ਸਾਰੇ ਮਾਨੋ ਸਭ ਸੁਖ, ਸਾਰੇ ਸੁਖ ਪ੍ਰਗਟ ਹੋ ਗਏ। ਔਰ 9 ਨਿਧੀਆਂ, ਨਾਮ ਤੇ 18 ਸਿੱਧੀਆਂ, ਸਾਰੀਆਂ ਸ਼ਕਤੀਆਂ। ਸਹਿਜ ਸਹਿਜ ਜਸ, ਸਹਿਜ ਅਵਸਥਾ ਵਿੱਚ ਟਿਕ ਕੇ ਹੌਲੀ ਹੌਲੀ ਜਸ ਬੋਲੇ। ਪਰਮਾਤਮਾ ਦਾ ਜਸ ਬੋਲ ਰਿਹਾ ਹੈ ਦੇਵ। ਹੇ ਪਰਮਾਤਮਾ, ਹੇ
ਪ੍ਰਕਾਸ਼ ਰੂਪ ਪਰਮੇਸ਼ਰ ਜੀ। ਤਬ ਇਹ ਮਤ ਜੋ ਸਭ ਮਹਿ ਪੇਖੈ। ਕਹਿਣ ਲੱਗੇ ਇਹ ਮਤ ਉਦੋਂ ਪੈਦਾ ਹੁੰਦੀ ਏ। ਇਸ ਤੋਂ ਅੱਗੇ ਸਾਰੀ ਪੰਕਤੀ ਪੜੋ ਜੀ। ਕੁਟਲ ਗਾਂਠ ਜਬ ਖੋਲੇ ਦੇਵ। ਜਿਹੜੀ ਅੰਦਰ ਕੁਟਲ ਹਉਮੈ ਦੀ ਗੰਢ ਵੱਜੀ ਪਈ ਏ, ਬੰਦੇ ਦੀ ਮੋਹ ਦੀ ਗੰਢ ਵੱਜੀ ਪਈ ਸੰਸਾਰ ਦੇ ਨਾਲ, ਜਦੋਂ ਗੁਰੂ ਦੀ ਕਿਰਪਾ ਨਾਲ ਉਹ ਖੁੱਲ ਜਾਂਦੀ ਹੈ, ਜਬ ਖੋਲੇ ਦੇਵ ਤਬ ਇਹ ਮਤ, ਉਦੋਂ ਇਹ ਮਤ ਪ੍ਰਗਟ ਹੁੰਦੀ ਹੈ ਜੋ ਸਭ ਮੈਂ ਪਿੱਖ ਹੈ, ਜਿਹੜੀ ਸਾਰਿਆਂ ਵਿੱਚ ਪਰਮਾਤਮਾ ਦੇ ਦਰਸ਼ਨ ਕਰਨ ਵਾਲੀ ਹੈ। ਹੇ ਚਾਨਣ ਸਰੂਪ ਦੇਵ ਪਰਮਾਤਮਾ ਜੀ। ਬਾਰੰਬਾਰ ਮਾਇਆ ਤੇ ਅਟਕੈ, ਲੈ ਨਰਜਾ ਮਨ ਤੁਲੈ ਦੇਵ। ਗੁਰੂ ਕੇ ਸ਼ਬਦ ਦੀ ਨਰਜਾ ਲੈ ਕੇ, ਯਾਨੀ ਕਿ ਤਕੜੀ ਲੈ ਕੇ ਮਨ ਨੂੰ ਤੋਲਦਾ ਰਹਿੰਦਾ ਗੁਰੂ ਕਾ ਸਿੱਖ। ਗੁਰੂ ਕੀ ਬਾਣੀ ਦੁਆਰਾ ਮਨ ਨੂੰ ਤੋਲਦਾ ਹੈ ਔਰ ਬਾਰ-ਬਾਰ ਮਾਇਆ ਤੇ ਅਟਕੈ, ਮਾਇਆ ਵਾਲੇ ਪਾਸੇ ਜਾਣ ਤੋਂ, ਸੰਸਾਰ ਵਾਲੇ ਪਾਸੇ ਜਾਣ ਤੋਂ ਵਾਰ-ਵਾਰ ਰੋਕਦਾ ਹੈ ਮਨ ਨੂੰ ਬਾਰ-ਬਾਰ। ਹੇ ਦੇਵ ਪਰਮਾਤਮਾ, ਜਹ ਉਹ ਜਾਏ ਤਹੀ ਸੁਖ ਪਾਵੇ। ਜਿੱਥੇ ਉਹ ਜਾਂਦਾ ਉੱਥੇ ਹੀ ਸੁਖ ਆਨੰਦ ਪ੍ਰਾਪਤ ਹੋ ਜਾਂਦਾ ਹੈ। ਮਾਇਆ ਤਾਸ ਨ ਝੋਲੇ ਦੇਵ। ਉਹ ਮਾਇਆ ਦੇ ਝੋਲੇ, ਮਾਇਆ ਦੀ ਹਨੇਰੀ ਉਹਨੂੰ ਆਪਣੇ ਨਾਲ ਨਹੀਂ ਹਿਲਾ ਸਕਦੀ, ਭਾਵ ਅਟਲ ਹੋ ਜਾਂਦਾ, ਮਾਇਆ ਦੇ ਪ੍ਰਭਾਵ ਤੋਂ ਉੱਚਾ ਹੋ ਸਕਦਾ ਹੈ। ਪ੍ਰਕਾਸ਼ ਰੂਪ ਦੇਵ ਜੀ। ਕਹੇ ਕਬੀਰ ਮੇਰਾ ਮਨ ਮਾਨਿਆ। ਕਬੀਰ ਸਾਹਿਬ ਕਹਿੰਦੇ ਮੇਰਾ ਮਨ ਤਾਂ ਹੁਣ ਮੰਨ ਗਿਆ, ਮੈਂ ਤਾਂ ਪ੍ਰਾਪਤ ਕਰ ਲਿਆ ਹੈ। ਰਾਮ ਪ੍ਰੀਤ ਕੀਓ ਲੈ ਦੇਵ। ਰਾਮ ਦੀ ਪ੍ਰੀਤ ਨੂੰ ਅੰਦਰ ਧਾਰਨ ਕਰ ਲਿਆ ਹੈ ਦੇਵ ਪਰਮੇਸ਼ਰ ਸਰੂਪ। ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੱਗੇ ਭਗਤ ਨਾਮਦੇਵ ਜੀ ਦੀ ਬਾਣੀ ਹੈ ਔਰ ਮੰਗਲ ਕਰਦੇ ਹਨ। ਇੱਕ ਓੰਕਾਰ ਜੋ ਧੁਨੀ ਸਰੂਪ ਹੈ ਔਰ ਸਰਵ ਵਿਆਪਕ ਸਾਰੇ ਥਾਵਾਂ ਤੇ ਮੌਜੂਦ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਸਫਲ ਜਨਮ ਮੋਹ ਕਉ ਗੁਰ ਕੀਨਾ। ਮੇਰਾ ਜਿਹੜਾ ਜਨਮ ਸੀ ਉਹ ਭਗਤ ਨਾਮਦੇਵ ਜੀ ਕਹਿੰਦੇ ਪੂਰੇ ਗੁਰੂ ਨੇ ਸਫਲ ਕਰ ਦਿੱਤਾ ਹੈ। ਦੁਖ ਵਿਸਾਰ ਸੁਖ ਅੰਤਰ ਲੀਨਾ। ਅੰਦਰੋਂ ਦੁੱਖ ਦੂਰ ਕਰ ਦਿੱਤਾ ਤੇ ਆਨੰਦ ਦੀ ਅੰਦਰ ਆਨੰਦ ਵਿੱਚ ਲੀਨ ਕਰ ਦਿੱਤੀ ਹੈ ਸੁਰਤੀ ਬਿਰਤੀ। ਗਿਆਨ ਅੰਜਨ ਮੋਹ ਕਉ ਗੁਰ ਦੀਨਾ। ਗਿਆਨ ਦਾ ਸੁਰਮਾ, ਸਿਮਰਨ ਦਾ ਸੁਰਮਾ ਜਿਹੜਾ ਮੇਰੀਆਂ ਅੱਖਾਂ ਵਿੱਚ ਪੂਰੇ ਗੁਰੂ ਨੇ ਦੀਨਾ ਪਾ ਦਿੱਤਾ ਹੈ। ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਉ। ਹੁਣ ਇਹ ਪਤਾ ਲੱਗ ਗਿਆ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜੀਵਨ ਹੀਣ ਹੈ, ਭਾਵ ਊਣਾ ਹੈ, ਕਿਸੇ ਕੰਮ ਦਾ ਨਹੀਂ ਹੈ। ਨਾਮ ਦੇ ਸਿਮਰਨ ਕਰ ਜਾਨਾ। ਨਾਮਦੇਵ ਨੇ ਸਿਮਰਨ ਕਰਕੇ, ਬੰਦਗੀ ਕਰਕੇ ਪਰਮੇਸ਼ਰ ਨੂੰ ਜਾਣ ਲਿਆ ਹੈ। ਜਗ ਜੀਵਨ ਸਿਓ ਜੀਉ ਸਮਾਨਾ। ਇਸ ਤਰ੍ਹਾਂ ਜਗ ਜੀਵਨ ਦੇ ਵਿੱਚ ਇਹ ਜਿਹੜੀ ਜਿੰਦ ਸੀ ਸਮਾ ਗਈ, ਲੀਨ ਹੋ ਗਈ ਹੈ। ਬਿਲਾਵਲ ਬਾਣੀ ਰਵਿਦਾਸ ਭਗਤ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੱਗੇ ਭਗਤ ਰਵਿਦਾਸ ਜੀ ਦਾ ਸ਼ਬਦ ਨੇ ਔਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਰੂਪ ਕਰਦੇ ਹਨ। ਤਾਰਿਦ ਦੇਖ ਸਭ ਕੋ ਹਸੈ, ਐਸੀ ਦਸ਼ਾ ਹਮਾਰੇ। ਭਗਤ ਰਵਿਦਾਸ ਜੀ ਕਹਿੰਦੇ ਨੇ ਜਿਵੇਂ ਕੋਈ ਬੰਦਾ ਗਰੀਬ ਜਿਹਾ ਹੋਵੇ ਨਾ, ਪਾਟੇ ਕੱਪੜਿਆਂ ਵਾਲਾ, ਤੇ ਪੜ੍ਹਿਆ ਲਿਖਿਆ ਹੋਵੇ ਨਾ ਹੋਵੇ, ਤੇ ਜਿੱਥੇ ਜਾਏ ਉੱਥੇ ਵੇਖ ਕੇ ਉਹਨੂੰ ਹੱਸਦੇ ਨੇ। ਕਹਿੰਦੇ ਇਹ ਸਾਡੀ ਇਸ ਤਰ੍ਹਾਂ ਦੀ ਹਾਲਤ ਸੀ ਲੋਕਾਂ ਦੇ ਵਿੱਚ ਪਹਿਲਾਂ। ਦਾਰਿਦ ਦੇਖ ਸਭ ਕੋ ਹੱਸੈ, ਦਾਰਦ ਮੈਨੇ ਦਲਿਦਰੀ, ਗਰੀਬ ਜਿਹੜਾ ਹੈ, ਸਭ ਕੋ ਹੱਸੈ, ਐਸੀ ਦਸ਼ਾ ਹਮਾਰੀ। ਇਸ ਤਰ੍ਹਾਂ ਲੋਕ ਸਾਡੇ ਵੱਲੋਂ ਵੇਖ ਕੇ ਬੜੀਆਂ ਬਹੁਤ ਗੱਲਾਂ ਕਰਦੇ ਸੀ ਤੇ ਬੜਾ ਹੱਸਦੇ ਠੱਠੇ ਕਰਦੇ ਸੀ। ਅਸ਼ਟ ਦਸ਼ਾ ਸਿਧ ਕਰ ਤਲੈ, ਸਭ ਕਿਰਪਾ ਤੁਮਾਰੀ। ਹੁਣ 8 10 18 ਸਿੱਧੀਆਂ ਜਿਹੜੀਆਂ ਨੇ ਹੱਥ ਦੀਆਂ ਤਲੀਆਂ ਤੇ ਪਈਆਂ ਹੋਈਆਂ ਨੇ, ਭਾਵ ਸ਼ਕਤੀਆਂ ਸਾਰੀਆਂ। ਹੇ ਸੱਚੇ ਪਾਤਸ਼ਾਹ, ਇਹ ਆਪ ਜੀ ਦੀ ਕਿਰਪਾ ਹੈ। ਉਹ ਜਾਣਤ ਮੈਂ ਕਿਛ ਨਹੀਂ, ਭਵ ਖੰਡਨ ਰਾਮ। ਹੇ ਭੈ ਨੂੰ ਖੰਡਣ ਵਾਲੇ ਸੋਹਣੇ ਰਾਮ ਜੀ, ਤੁਸੀਂ ਜਾਣਦੇ ਹੋ ਮੈਂ ਪਹਿਲਾਂ ਕਿੰਨੇ ਕੁ ਜੋਗਾ ਸੀ। ਮੈਂ ਕੁਝ ਵੀ ਨਹੀਂ ਸੀ ਪਹਿਲਾਂ, ਮੇਰੇ ਕੋਲ ਕੱਖ ਵੀ ਨਹੀਂ ਸੀ, ਆਪ ਜੀ ਨੇ ਕਿਰਪਾ ਕੀਤੀ ਹੈ। ਸਗਲ ਜੀ ਸਰਨਾਗਤੀ, ਪ੍ਰਭ ਪੂਰਨ ਕਾਮ ਰਹਾਉ। ਹੁਣ ਤੁਸੀਂ ਮੇਰੇ ਕੰਮ ਵੀ ਪੂਰੇ ਕਰ ਦਿੱਤੇ ਤੇ ਬੜੇ ਬਹੁਤੇ ਜੀ ਤੁਹਾਡੇ ਜਿਹੜੇ ਮੇਰੀ ਸ਼ਰਨਾਗਤ ਵਿੱਚ ਪਾ ਦਿੱਤੇ ਹਨ। ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰ। ਮਹਾਰਾਜ, ਪਰ ਜਿਹੜੇ ਤੇਰੀ ਸ਼ਰਨ ਵਿੱਚ ਆਉਂਦੇ ਉਹਨਾਂ ਤੇ ਸੰਸਾਰ ਦੇ ਭਾਰ ਨੇ ਜਿਹੜੇ ਕਰਮਾਂ ਦੇ, ਉਹ ਨਹੀਂ ਰਹਿੰਦੇ। ਊਚ ਨੀਚ ਤੁਮ ਤੇ ਤਰੇ, ਆ ਲਜ ਸੰਸਾਰ। ਊਚ ਤੇ ਨੀਚ ਸਾਰੇ ਸੱਚੇ ਪਾਤਸ਼ਾਹ ਜਿਨ੍ਹਾਂ ਤੇਰਾ ਨਾਮ ਜਪਿਆ ਉਹ ਤਰ ਗਏ ਹਨ। ਇਹ ਸੰਸਾਰ ਦੇ ਧੰਦਿਆਂ ਦੇ ਜਾਲ ਦੇ ਘਰ ਦੇ ਵਿੱਚੋਂ ਨਿਕਲ ਗਏ ਹਨ। ਕਹੇ ਰਵਿਦਾਸ ਕਥ ਕਥਾ, ਬਹੁ ਕਾਏ ਕਰੀਜੈ। ਭਗਤ ਰਵਿਦਾਸ ਜੀ ਕਹਿੰਦੇ ਸੱਚੇ ਪਾਤਸ਼ਾਹ ਤੇਰੀ ਕਥਾ ਬੜੀ ਬੇਅੰਤ ਅਗੰਮ ਅਕਥ ਹੈ
ਤੇ ਕਾਹਦੇ ਵਾਸਤੇ ਬਹੁਤੀ ਕਿੰਨੀ ਕੁ ਕਰ ਸਕਾਂਗੇ। ਜੈਸਾ ਤੂੰ ਤੈਸਾ ਤੁਹੇ ਕਿਆ ਉਪਮਾ ਦੀਜੈ। ਮਹਾਰਾਜ ਕਹਿੰਦੇ ਵੀ ਹੋਰ ਸਾਰੀਆਂ ਚੀਜ਼ਾਂ ਨੂੰ ਤੇ ਉਪਮਾ ਦੇ ਦਿੱਤੀ, ਜਿਵੇਂ ਚਿੱਟਾ ਵਸਤਰ ਆਪਾਂ ਕਹਿੰਦੇ ਦੁੱਧ ਵਰਗਾ ਹੈ ਜੀ, ਫਲਾਣਾ ਕਾਲਾ ਹੋਵੇ ਤੇ ਕਹਿੰਦੇ ਕਾਲੀ ਮੱਸਿਆ ਦੀ ਰਾਤ ਵਰਗਾ, ਪਰ ਮਹਾਰਾਜ ਤੇਰੇ ਨਾਲ ਦਾ ਕੋਈ ਨਹੀਂ ਹੈ, ਕਿਹਦੇ ਨਾਲ ਉਪਮਾ ਦਈਏ ਤੈਨੂੰ। ਬਿਲਾਵਲ ਚਿਹ ਕੁਲ ਸਾਧ ਬੈਸ ਨਾ ਹੋਏ। ਅੱਗੇ ਬਿਲਾਵਲ ਰਾਗ ਦੇ ਵਿੱਚ ਮਹਾਰਾਜ ਹੋਰ ਉਪਦੇਸ਼ ਕਰਦੇ ਨੇ, ਕਹਿੰਦੇ ਜਿਹੜੀ ਕੁਲ ਦੇ ਵਿੱਚ ਵੈਸ਼ਨੋ ਭਾਵ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਬ੍ਰਹਮ ਗਿਆਨੀ ਸਾਧੂ ਪੈਦਾ ਹੋ ਜਾਏ, ਵਰਨ ਅਵਰਨ ਰੰਕ ਨਹੀਂ ਈਸਰ। ਭਾਵੇਂ ਉਹ ਕਿਹੜੇ ਵਰਨ ਹੋ, ਕਿਹੜੇ ਜਾਤ ਹੋਵੇ, ਕਿਹੜਾ ਵਰਨ ਹੋਵੇ, ਤੇ ਭਾਵੇਂ ਉਹ ਧਨਾੜ ਹੋਣ ਤੇ ਭਾਵੇਂ ਅਮੀਰ ਹੋਣ, ਵਿਮਲ ਬਾਸ ਜਾਨੀਐ ਜਗ ਸੋਏ ਰਹਾਉ। ਉਸ ਬ੍ਰਹਮ ਗਿਆਨੀ ਦੀ ਸਾਧੂ ਦੀ ਜਿਹੜੀ ਬਿਮਲ ਬਾਸ ਮੈਨੇ ਸੁਗੰਧੀ, ਉਹਦੀ ਸ਼ੋਭਾ ਜਿਹੜੀ ਹੈ ਨਾ ਬਿਮਲ ਮੈਲ ਰਹਿਤ ਹੁੰਦੀ ਏ, ਨਾਮ ਵਾਲੀ ਹੁੰਦੀ ਏ। ਜਾਨੀਐ ਜਗ ਸੋਏ, ਤੇ ਜਗ ਵਿੱਚ ਜਾਣਿਆ ਜਾਂਦਾ, ਪ੍ਰਗਟ ਹੋ ਜਾਂਦਾ ਹੈ। ਬ੍ਰਾਹਮਣ ਬੈਸ ਸੂਦ ਅਰ ਖੇਤਰੀ। ਇਹ ਜਿਹੜੇ ਵਰਨ ਨੇ, ਬ੍ਰਾਹਮਣ ਹੋਣ ਭਾਵੇਂ ਵੈਸ਼ ਸ਼ੂਦਰ ਤੇ ਖੱਤਰੀਆਂ ਦੇ ਵਿੱਚੋਂ ਹੋਵੇ, ਓਮ ਚੰਡਾਰ ਮਲੇਛ ਮਨ ਸੋਏ। ਤੇ ਭਾਵੇਂ ਡੂਮਾ ਮਰਾਸੀਆਂ ਵਿੱਚੋਂ ਤੇ ਭਾਵੇਂ ਚੰਡਾਲਾਂ ਵਿੱਚੋਂ ਹੋਵੇ ਤੇ ਭਾਵੇਂ ਮਲੇਸ਼ਾਂ ਦੇ ਵਿੱਚੋਂ ਹੋਵੇ, ਪਰ ਜੇ ਤੇਰੀ ਬੰਦਗੀ ਕਰਦਾ ਹੈ ਤਾਂ ਉਹਨੂੰ ਤੁਸੀਂ ਪ੍ਰਵਾਨ ਕਰ ਲੈਂਦੇ ਹੋ। ਓਏ ਪੁਨੀਤ ਭਗਵੰਤ ਭਜਨ ਤੇ। ਇਹ ਸਾਰੇ ਭਾਵੇਂ ਇਹਨਾਂ ਚੋਂ ਕਈ ਲੋਕੀ ਮੰਨਦੇ ਵੀ ਇਹ ਜਾਤਾਂ ਚੰਗੀਆਂ ਨਹੀਂ, ਪਰ ਮਹਾਰਾਜ ਕਹਿੰਦੇ ਭਗਵੰਤ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਜੀ ਦਾ ਭਜਨ ਕਰਕੇ ਪੁਨੀਤ ਪਵਿੱਤਰ ਹੋ ਜਾਂਦੇ ਹਨ। ਆਪ ਤਾਰ ਤਾਰੇ ਕੁਲ ਦੋਏ। ਉਹ ਆਪ ਵੀ ਤਰ ਜਾਂਦੇ ਤੇ ਦੋਵੇਂ ਕੁਲਾਂ ਨੂੰ ਸਾਰਿਆਂ ਨੂੰ ਤਾਰ ਦਿੰਦੇ ਜਿਹੜੇ ਸੰਗਤ ਕਰਦੇ ਉਹਨਾਂ ਦੀ। ਧਨ ਸੋ ਗਾਓ ਧਨ ਸੋ ਠਾਓ। ਉਹ ਪਿੰਡ ਧਨ ਹੈ ਜਿੱਥੇ ਉਹਨਾਂ ਜਨਮ ਲਿਆ, ਤੇ ਉਹ ਘਰ ਵੀ ਧਨ ਹੈ ਜਿੱਥੇ ਉਹ ਰਹਿੰਦੇ ਹਨ, ਜਨਮ ਲਿਆ ਹੈ ਜਿਨ੍ਹਾਂ। ਧਨ ਪੁਨੀਤ ਕੁਟੰਬ ਸਭ ਲੋਏ। ਉਹਨਾਂ ਦਾ ਕੁਟੰਬ ਜਿਹੜਾ ਪੁਨੀਤ ਹੈ, ਪਵਿੱਤਰ ਹੈ, ਸਭ ਲੋਏ। ਉਹ ਧਰਤੀ ਵੀ ਸਾਰੀ ਪਵਿੱਤਰ ਹੈ ਜਿੱਥੇ ਪੈਰ ਰੱਖਦੇ ਹਨ। ਜਿਨ ਪੀਆ ਸਾਰ ਰਸ ਤਜੇ ਆਨ ਰਸ। ਜਿਨ੍ਹਾਂ ਨੇ ਸ੍ਰੇਸ਼ਟ ਰਸ ਪਰਮਾਤਮਾ ਦੇ ਨਾਮ ਦਾ ਪੀ ਲਿਆ ਤੇ ਬਾਕੀ ਕਾਮ ਕ੍ਰੋਧ ਦੇ ਰਸ ਛੱਡ ਦਿੱਤੇ ਹਨ। ਹੋਏ ਰਸ ਮਗਨ ਡਾਰੇ ਬਿਖ ਖੋਏ। ਉਹ ਐਸੇ ਪਰਮਾਤਮਾ ਦੇ ਨਾਮ ਦੇ ਵਿੱਚ ਮਗਨ ਹੋਏ ਨੇ ਕਿ ਬਾਕੀ ਦੇ ਜਿਹੜੀ ਵਿਕਾਰਾਂ ਦੀ ਜ਼ਹਿਰ ਸੀ ਉਹਨੂੰ ਡਾਰੇ ਬਿਖ ਖੋਏ, ਉਹਨੂੰ ਗਵਾ ਦਿੱਤਾ ਹੈ, ਜ਼ਹਿਰ ਨੂੰ ਸੁੱਟ ਦਿੱਤਾ ਹੈ। ਪੰਡਿਤ ਸੂਰ ਛਤਰਪਤ ਰਾਜਾ। ਇਹ ਜਿੰਨੇ ਵਿਦਵਾਨ ਤੇ ਸੂਰਮੇ ਤੇ ਛਤਰਪਤੀ ਵੱਡੇ ਵੱਡੇ ਰਾਜੇ, ਭਗਤ ਬਰਾਬਰ ਔਰ ਨਾ ਕੋਏ। ਮਹਾਰਾਜ ਤੇਰੇ ਭਗਤਾਂ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ। ਜੈਸੇ ਜੈਸੇ ਪੁਰਾਣ ਬਾਤ ਰਹੇ ਜਲ ਸਮੀਪ। ਜਿਵੇਂ ਉਹ ਇੱਕ ਚਾਰ ਪੱਤਿਆਂ ਵਾਲਾ ਬੂਟਾ ਹੁੰਦਾ ਹੈ, ਉਹ ਪਾਣੀ ਦੇ ਨਾਲ ਹੀ ਜਿਉਂਦਾ ਰਹਿੰਦਾ ਹੈ। ਭਨ ਰਵਿਦਾਸ ਜਨਮੇ ਜਗ ਕਹਿੰਦੇ ਹਨ ਭਗਤ ਰਵਿਦਾਸ ਜੀ ਤੇਰੇ ਭਗਤ ਇਸ ਤਰ੍ਹਾਂ ਜਨਮੇ ਸੰਸਾਰ ਵਿੱਚ, ਉਹ ਤੇਰੇ ਨਾਲ ਹੀ ਖਿੜੇ ਰਹਿੰਦੇ, ਤੇਰੇ ਨਾਮ ਨਾਲ। ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਭਗਤ ਸਦਨੇ ਜੀ ਦਾ ਸ਼ਬਦ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ। ਨਿਰਪ ਕੰਨਿਆ, ਨਿਰਪ ਮੈਨੇ ਰਾਜਾ, ਰਾਜੇ ਦੀ ਇੱਕ ਕੰਨਿਆ ਸੀ, ਉਹਨੇ ਆ ਮਨ ਦੇ ਵਿੱਚ ਸੋਚ ਲਿਆ ਬਈ ਮੈਂ ਆਪਣੇ ਵਿਸ਼ਨੂੰ ਦੇ ਨਾਲ ਵਿਆਹ ਕਰਾਉਣਾ ਹੈ। ਆਪਣਾ ਚੌਂਕੜਾ ਲਾ ਕੇ ਬਹਿ ਗਈ ਧਿਆਨ ਧਰ ਕੇ ਮੰਦਰ ਵਿੱਚ, ਤੇ ਕਿਸੇ ਨੂੰ ਪਤਾ ਲੱਗ ਗਿਆ ਵੀ ਇਹਨੇ ਮਨ ਦੇ ਵਿੱਚ ਸੋਚ ਲਿਆ ਕਿ ਇਹਨੇ ਵਿਸ਼ਨੂੰ ਦੇ ਨਾਲ ਵਿਆਹ ਕਰਾਉਣਾ ਹੈ। ਤਾਂ ਉਸ ਵੇਲੇ ਉਹ ਜਿਹੜਾ ਬੰਦਾ ਸੀ ਉਹਨੇ ਸੋਚਿਆ ਵੀ ਇਹਨੇ ਕਿਹੜਾ ਵਿਸ਼ਨੂੰ ਨੂੰ ਵੇਖਿਆ ਪਹਿਲਾਂ, ਵੀ ਮੈਂ ਉਹਦੇ ਵਾਲੇ ਕੱਪੜੇ ਵਿਸ਼ਨੂੰ ਵਰਗੇ ਜਿਹੜੀਆਂ ਫੋਟੋਆਂ ਲੱਗੀਆਂ ਹੁੰਦੀਆਂ ਉਵੇਂ ਦੇ ਪਾ ਕੇ ਆ ਜਾਣਾ ਤੇ ਇਹਨੂੰ ਵਿਆਹ ਕੇ ਲੈ ਜਾਣਾ ਆਪਣੇ ਘਰ। ਤਾਂ ਇਸ ਤਰ੍ਹਾਂ ਉਹਨੇ ਭੇਖ ਬਣਾ ਲਿਆ, ਭੇਖ ਬਣਾ ਕੇ ਆ ਗਿਆ, ਤੇ ਪ੍ਰਮਾਤਮਾ ਉੱਧਰ ਜਿਹੜਾ ਪਤਾ ਲੱਗ ਗਿਆ ਸੀ, ਵਿਸ਼ਨੂੰ ਨੂੰ ਵੀ ਲੱਗ ਗਿਆ, ਪਰ ਉਹਨੇ ਦਖਲ ਨਹੀਂ ਦਿੱਤਾ। ਉਹਨੇ ਸੋਚਿਆ ਵੀ ਚਲੋ ਹੁਣ ਮੇਰਾ ਭੇਖ ਪਾ ਲਿਆ ਇਹਨੇ, ਤੇ ਕੋਈ ਗੱਲ ਨਹੀਂ, ਭੇਖ ਤਾਂ ਪਾਇਆ, ਘੱਟੋ ਘੱਟ ਭੇਖਤਾਰੀ ਤਾਂ ਹੋਇਆ ਹੀ ਹੈ ਨਾ। ਉਹਨੂੰ ਮਤਲਬ ਕਿਹਾ ਕੁਝ ਨਹੀਂ, ਉਹਦੀ ਵੀ ਪੈਜ ਰੱਖ ਲਈ, ਉਹਨੂੰ ਵਿਆਹ ਕਰਾਉਣ ਦਿੱਤਾ ਉੱਥੇ। ਉਹਦਾ ਉਦਾਹਰਨ ਦੇ ਰਹੇ ਨੇ ਭਗਤ ਸਦਨਾ ਦੀ ਜੀ, ਕਹਿੰਦੇ ਨਿਰਪ ਕੰਨਿਆ ਕੇ ਕਾਰਨ ਹੈ। ਇੱਕ ਰਾਜੇ ਦੀ ਲੜਕੀ ਨੂੰ ਵਿਆਹੁਣ ਵਾਸਤੇ ਇੱਕ ਬੰਦਾ ਭੇਖਧਾਰੀ ਬਣ ਗਿਆ, ਤੇ ਭੇਖ ਦਾ ਵੀ ਬਹੁਤ ਵੱਡਾ ਮੁੱਲ ਹੈ। ਕਈ ਵਾਰੀ ਬੰਦੇ ਨੇ ਭੇਖ ਪਾਇਆ ਹੋਵੇ ਤੇ ਗੁਰੂ ਪਰਦਾ ਢੱਕ ਲੈਂਦਾ ਹੈ, ਇਸ ਤਰ੍ਹਾਂ ਕਿਰਪਾ ਕਰ ਦਿੰਦਾ ਹੈ। ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੇ। ਹੈ ਇੱਥੇ ਉਹ ਕਾਮ ਅਰਥੀ ਸੀ, ਕਾਮ ਆਪਣੀ ਕਾਮ ਵਾਸ਼ਨਾ ਪੂਰੀ ਕਰਨਾ ਚਾਹੁੰਦਾ ਸੀ, ਸਵਾਰਥੀ ਸੀ ਆਪਣਾ ਵਿਆਹ ਕਰਾਉਣਾ ਚਾਹੁੰਦਾ ਸੀ,
ਪਰ ਉਹਦੀ ਵੀ ਪੈਜ ਰੱਖ ਲਈ ਹੈ ਪਰਮੇਸ਼ਰ ਨੇ। ਤਬ ਗੁਣ ਕਹਾ ਜਗਤ ਗੁਰਾ, ਜਉ ਕਰਮ ਨ ਨਾਸੈ। ਇਸ ਕਰਕੇ ਭਗਤ ਸਦਨਾ ਜੀ ਉਧਰ ਉਦਾਹਰਨ ਦੇ ਕੇ ਕਹਿੰਦੇ, ਹੇ ਜਗਤ ਗੁਰਾ, ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਮੈਂ ਤੇਰੇ ਗੁਣ ਕੀ ਕਵਾਂ, ਮੈਂ ਵੀ ਭੇਖੀ ਹਾਂ, ਇੱਕ ਭੇਖੀ ਬਣਿਆ ਹੋਇਆ, ਮੇਰੇ ਕੋਲ ਵੀ ਹੋਰ ਕੁਝ ਨਹੀਂ। ਤੇ ਜੇ ਤੇਰੀ ਸ਼ਰਨ ਵਿੱਚ ਆਏ ਹਾਂ, ਤੇ ਜੇ ਕਰਮ ਹੀ ਨਾ ਨਾਸ ਹੋਏ, ਪਿਛਲੇ ਕਰਮ ਹੀ ਖਤਮ ਨਾ ਹੋਏ, ਤੇ ਫਿਰ ਕੀ ਫਾਇਦਾ ਤੇਰੀ ਸ਼ਰਨ ਵਿੱਚ ਆਉਣ ਦਾ। ਸਿੰਘ ਸਰਨ ਕਤ ਜਾਈਐ, ਜੋ ਜੰਬੁਕ ਗ੍ਰਾਸੈ। ਕਹਿਣ ਲੱਗੇ ਬੰਦੇ ਦੀ ਮਿੱਤਰਤਾ ਸ਼ੇਰ ਦੇ ਨਾਲ ਪੈ ਜਾਏ, ਸਿੰਘ ਸਰਨ ਕਤ ਜਾਈਐ, ਸ਼ੇਰ ਦੇ ਨਾਲ ਮਿੱਤਰਤਾ ਪੈ ਜਾਏ, ਤੇ ਜੋ ਜੰਬੁਕ ਗ੍ਰਾਸ ਹੈ, ਜੰਬੁਕ ਮੈਨੇ ਗਿੱਦੜ, ਤੇ ਕਹਿਣ ਲੱਗੇ ਗਿੱਦੜ ਆ ਕੇ ਉਹਨੂੰ ਡਰਾਉਂਦੇ ਰਹਿਣ ਤੇ ਦਬਕੇ ਮਾਰਦੇ ਰਹਿਣ ਤੇ ਦੰਦੀਆਂ ਵੱਢਦੇ ਰਹਿਣ, ਤੇ ਫਿਰ ਸ਼ੇਰ ਨਾਲ ਯਾਰੀ ਪਾਉਣ ਦਾ ਕੀ ਫਾਇਦਾ ਹੈ। ਹੇ ਸੱਚੇ ਪਾਤਸ਼ਾਹ, ਪਿਆਰ ਬਣਿਆ ਹੋਵੇ ਤੇਰੇ ਨਾਲ ਤੇ ਕਾਮ ਕ੍ਰੋਧ ਖਹਿੜਾ ਨਾ ਛੱਡਣ, ਫਿਰ ਕੀ ਫਾਇਦਾ ਇਸ ਦਾ। ਏਕ ਬੂੰਦ ਜਲ ਕਾਰਣੇ, ਚਾਤ੍ਰਿਕ ਦੁਖ ਪਾਵੈ। ਜਿਵੇਂ ਚਾਤ੍ਰਿਕ ਇੱਕ ਜਲ ਦੀ ਬੂੰਦ ਵਾਸਤੇ ਬੜਾ ਦੁੱਖ ਪਾਉਂਦਾ, ਕਹਿੰਦਾ ਮੈਂ ਉਹੀ ਪੀਣੀ ਹੈ, ਹੋਰ ਨਹੀਂ ਕੋਈ ਪੀਣੀ। ਉਹ ਪੂਰੀ ਤਰ੍ਹਾਂ ਆਵਾਜ਼ਾਂ ਦਿੰਦਾ ਹੈ। ਪ੍ਰਾਣ ਗਏ ਸਾਗਰ ਮਿਲੈ, ਪੁਨ ਕਾਮ ਨ ਆਵੈ। ਪਰ ਜੇ ਹੁਣ ਉਹਦੇ ਪ੍ਰਾਣ ਹੀ ਨਿਕਲ ਗਏ, ਉਹਨੂੰ ਤੂੰ ਬੂੰਦ ਨਾ ਕੋਈ ਦੇਵੇ, ਤੇ ਬਾਅਦ ਵਿੱਚ ਸਾਗਰ ਵੀ ਮਿਲ ਜਾਏ, ਤੇ ਉਹਦਾ ਕੀ ਫਾਇਦਾ। ਭਾਵ ਮਹਾਰਾਜ ਹੁਣੇ ਹੀ ਕਿਰਪਾ ਕਰੋ। ਪ੍ਰਾਣ ਜੋ ਠਾਕੇ ਥਿਰ ਨਹੀਂ, ਕੈਸੇ ਬਿਰਮਾਵੋ। ਮਹਾਰਾਜ ਤੁਹਾਨੂੰ ਉਡੀਕਦੇ ਆ ਵੀ ਕਿਰਪਾ ਕਰ ਦਿਓਗੇ। ਹੁਣ ਤੇ ਪ੍ਰਾਣ ਵੀ ਥੱਕ ਗਏ ਨੇ, ਹੁਣ ਤੇ ਸਰੀਰ ਵੀ ਬੁੱਢਾ ਹੋ ਗਿਆ ਬਿਲਕੁਲ। ਇਹਨੂੰ ਕਿਵੇਂ ਰੋਕਾਂ ਇਸ ਮਨ ਨੂੰ। ਤੁਸੀਂ ਕਿਰਪਾ ਅਜੇ ਵੀ ਨਹੀਂ ਕੀਤੀ, ਤੇ ਕਦੋਂ ਕਰੋਗੇ ਫਿਰ। ਬੂਦ ਮੂਏ ਨੌਕਾ ਮਿਲੈ, ਕਹੋ ਕਾਹੇ ਚੜਾਵੋ। ਜੇ ਬੰਦਾ ਡੁੱਬ ਕੇ ਮਰ ਗਿਆ, ਤੇ ਫਿਰ ਬਾਅਦ ਵਿੱਚ ਬੇੜੀ ਲਿਆਉਣ ਦਾ ਕੀ ਫਾਇਦਾ ਹੈ। ਸਾਰੀਆਂ ਪੰਕਤੀਆਂ ਦਾ ਭਾਵ ਇਹ ਹੈ ਵੀ ਬਾਅਦ ਵਿੱਚ ਕੀ ਕਿਰਪਾ ਕਰੋਗੇ। ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣਾ ਕੋਈ ਲਾ। ਕਿਸੇ ਨੇ ਨਹੀਂ ਜਾਣਨਾ ਵੀ ਭਗਤ ਮੁਕਤ ਹੋ ਗਿਆ ਹੈ, ਹੁਣੇ ਤੁਸੀਂ ਕਿਰਪਾ ਕਰ ਦਿਓ। ਮੈਂ ਨਾਹੀ ਕਛ ਹੋ ਨਹੀਂ, ਕਿਛ ਆਹੇ ਨਾ ਮੂਰਾ। ਇਹ ਮਹਾਰਾਜ, ਨਾ ਤੇ ਮੇਰੇ ਕੋਲ ਭਗਤੀ ਹੈ, ਨਾ ਉੱਚਾ ਜੀਵਨ ਹੈ, ਨਾ ਜਪ ਤਪ ਹੈ, ਨਾ ਹੋਰ ਕੋਈ ਗੱਲਾਂ ਨੇ। ਮੈਂ ਨਾਹੀ ਕਿਛ ਹਉ ਨਾਹੀ, ਕਿਛ ਆਹੇ ਨਾ ਮੋਰਾ। ਤੇ ਮੇਰੇ ਕੋਲ ਪਿਛਲੀ ਪਰਾਲਬਧ ਵੀ ਕੋਈ ਨਹੀਂ, ਵੀ ਪਿਛਲੇ ਜਨਮ ਵਿੱਚ ਵੀ ਕੋਈ 4 ਸੇਵਾ ਕੀਤੀ ਹੋਵੇ, 4 ਭਾਂਡੇ ਮਾਂਜਣ, ਕੁਝ ਵੀ ਨਹੀਂ ਹੈ। ਨਾ ਹੁਣ ਹੈ ਤੇ ਨਾ ਪਹਿਲਾਂ ਸੀ। ਕੁਛ ਆਹੇ ਨਾ ਮੋਰਾ, ਕੁਝ ਵੀ ਨਹੀਂ ਮੇਰੇ ਕੋਲ। ਅਵਸਰ ਲੱਜਾ ਰਾਖ ਲਿਓ, ਸਦਨਾ ਜਨ ਤੋਰਾ। ਅਵਸਰ ਯਾਨੀ ਕਿ ਹੁਣੇ ਹੀ, ਇਸੇ ਵਕਤ ਹੀ ਲਾਜ ਰੱਖ ਲਓ। ਆਪਣੇ ਭੇਖ ਪਾਇਆ ਤੁਹਾਡੇ ਭਗਤ ਸਦਾਉਂਦੇ ਆ, ਸਿੱਖ ਸਦਾਉਂਦੇ ਆ ਸੱਚੇ ਪਾਤਸ਼ਾਹ। ਲੱਜਾ ਰੱਖ ਲਓ, ਇੱਜ਼ਤ ਬਚਾ ਲਓ। ਇਹ ਸਦਨਾ ਤੁਹਾਡਾ ਭਗਤੇ। ਹੁਣ ਕਿੱਧਰ ਜਾਈਏ ਤੇਰੇ ਤੋਂ ਬਿਨਾ। ਤੁਸੀਂ ਹੀ ਕਿਰਪਾ ਕਰ ਸਕਦੇ ਹੋ, ਬਚਾ ਸਕਦੇ ਹੋ। ਤੁਹਾਡੇ ਤੋਂ ਬਿਨਾ ਬਚਾ ਕੋਈ ਨਹੀਂ ਸਕਦਾ। ਭਗਤ ਜੀ ਇਸ ਤਰ੍ਹਾਂ ਬੜੀਆਂ ਪਿਆਰ ਨਾਲ ਬੇਨਤੀਆਂ ਕਰ ਰਹੇ ਹਨ। ਇੱਥੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਦੀ ਖਿਮਾ। ਆਓ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ। ਤੇਰਾ ਕੀਤਾ ਜਾਤੂ ਨਾਹੀ, ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣ ਆਰੇ, ਕੋ ਗੁਣ ਨਾਹੀ। ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ। ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।